ਭੈਣ ਜੀ ਨੂੰ ਬੇਨਤੀ ਕਰ ਸਕਦਾ ਹੈ, ਭੈਣ ਜੀ ਸ਼ੁਰੂ ਕਰੋ ਔਰ ਸਾਧ ठीक है ਸੰਗਤ ਦਾ जी। ਜਨਮ ਸਫਲਾ ਕਰੋ। ठीक है जी। ਥੈਂਕ ਯੂ। वाहिगुरु जी का खालसा, वाहिगुरु जी की ਵਾਹਿਗੁਰੂ ਜੀ फतेह। ਕੀ ਫਤਿਹ। सतनाम श्री वाहिगुरु साहिब जी। आनंद सुनो वड भागियो, सगल मनोरथ पूरे। पार ब्रह्म प्रभ पाया, उतरे सगल विसूरे। दुख रोग संताप उतरे, सुनी सच्ची बाणी। संत साजन भय सरसे, पूरे गुर ते जानी। सुनते पुनीत कहते पवित्र, सतगुर रहा भरपूरे। बिनवंत नानक गुर चरण लागे, वाजे अनहद तूरे। सुनते पुनीत कहते पवित्र, सतगुर रहा भरपूरे। बिनवंत नानक गुर चरण लागे, वाजे अनहद तूरे। आनंद साहब दी बाणी दी विचार करदियां करदियां, बाणी विचारदियां विचारदियां अज आपां अंतली पौड़ी 40 नंबर पौड़ी ते अज आपां पहुंच गए हैं। सतगुरु साहब जी ने बहुत किरपा की, आपां सारियां ने रल मिल के उपराला किया, इकट्ठे होए। सतगुरु साहब जी ने उद्यम की बख्शिश की ते अज आपां ये बाणी नूं विचारदियां विचारदियां आनंद सुनो वड भागियो, सगल मनोरथ पूरे तक पहुंचे हैं। जेकर असी बाणी दी विचार करते हैं, जदों रोज बाणी दी विचार करदियां करदियां असी किसी एक शब्द दी विचार जां किसी एक पौड़ी दी, किसी एक तुक दी भी विचार जिहड़ी समझी आ, ਉਹਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ, ਉਹਨੂੰ ਅਸੀਂ ਧਾਰਨ ਕਰ ਲਈ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਵਾਕਈ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਆਨੰਦ ਆ ਨਾ, ਉਹ ਆ ਜਾਂਦਾ ਹੈ। ਖੇੜੇ ਦੀ ਅਵਸਥਾ ਜਿਹੜੀ ਆ ਉਹ ਬਣ ਜਾਂਦੀ ਹੈ। ਉਹ ਆਨੰਦ ਦੀ ਅਵਸਥਾ ਇਸ ਤਰ੍ਹਾਂ ਦੀ ਬਣਦੀ ਹੈ ਕਿ ਗੁਣ ਜਿਹੜੇ ਨੇ ਉਹ ਜੀਵਨ ਦੇ ਵਿੱਚ ਵਸਣੇ ਸ਼ੁਰੂ ਹੋ ਜਾਂਦੇ ਨੇ, ਤੇ ਔਗਣ ਨੇ ਜਿਹੜੇ ਉਹ ਨਸਣੇ ਸ਼ੁਰੂ ਹੋ ਜਾਂਦੇ ਨੇ, ਔਗਣ ਦੂਰ ਹੋ ਜਾਂਦੇ ਨੇ। ਅਸੀਂ ਪਿਛਲੀਆਂ ਪੌੜੀਆਂ ਦੇ ਵਿੱਚ ਇਹ ਜ਼ਿਕਰ ਕੀਤਾ, ਜਾਂ ਜਦੋਂ ਤੋਂ ਵੀ ਆਪਾਂ ਵਿਚਾਰ ਕਰਦੇ ਹਾਂ, ਇਹ ਜ਼ਿਕਰ ਆਪਾਂ ਅਕਸਰ ਕਰਿਆ ਕਰਦੇ ਹਾਂ ਕਿ ਇਹ ਇੱਕ ਨਿਜ਼ਾਮ ਆ ਕਰਤੇ ਪੁਰਖ ਦਾ, ਜੋ ਅਸੀਂ ਬੀਜਾਂਗੇ ਸੋ ਅਸੀਂ ਵੱਢਾਂਗੇ, ਤੇ ਐਸਾ ਹੀ ਅਸੀਂ ਫਲ ਪਾਵਾਂਗੇ। ਕਿਉਂਕਿ ਕਰਮ ਅਸੀਂ ਜੈਸੇ ਕਰਦੇ ਹਾਂ, ਧਰਮ ਦੀ ਦੁਨੀਆ 'ਚ ਵੀ ਇਹੀ ਨਿਯਮ ਆ, ਜੈਸੇ ਅਸੀਂ ਕਰਮ ਕਰਦੇ ਹਾਂ ਤੈਸਾ ਅਸੀਂ ਫਲ ਜਿਹੜਾ ਹੈ ਉਹ ਪ੍ਰਾਪਤ ਕਰਦੇ ਹਾਂ। ਫਲ ਸਾਨੂੰ ਚੰਗਾ ਮਿਲੇ, ਫਲ ਮਿੱਠਾ ਮਿਲੇ, ਹਰ ਬੰਦਾ ਜਿਹੜਾ ਹੈ ਉਹ ਮਿੱਠੇ ਫਲ ਦੀ, ਚੰਗੇ ਫਲ ਦੀ ਆਸ ਰੱਖਦਾ ਹੈ, ਤੇ ਉਸ ਫਲ ਨੂੰ ਪ੍ਰਾਪਤ ਕਰਨ ਵਾਸਤੇ ਜਿਹੜੇ ਕਰਮ ਨੇ ਉਹ ਵੀ ਉਸ ਤਰ੍ਹਾਂ ਦੇ ਚੰਗੇ ਤੇ ਮਿੱਠੇ ਹੋਣੇ ਚਾਹੀਦੇ ਨੇ। ਕਿਉਂਕਿ ਧਰਮ ਦੀ ਜਿਹੜੀ ਦੁਨੀਆ ਹੈ, ਅਧਿਆਤਮਕ ਦੁਨੀਆ ਹੈ, ਉਹਦਾ ਵੀ ਇਹੀ ਨਿਯਮ ਆ। ਇੱਥੇ ਵੀ ਅਸੀਂ ਜੈਸਾ ਕਰਾਂਗੇ ਵੈਸਾ ਭਰਾਂਗੇ। ਇਹ ਨਹੀਂ ਆ ਕਿ ਮੈਂ ਕਰ ਲਵਾਂ ਕੁਝ ਹੋਰ ਤੇ ਫਲ ਮੈਨੂੰ ਜਿਹੜਾ ਹੈ ਉਹ ਕੁਝ ਹੋਰ ਮਿਲ ਜਾਵੇ। ਜੇ ਮਿੱਠਾ ਫਲ ਚਾਹੁੰਦੇ ਆ ਵੀ ਚੰਗੀ ਤਰ੍ਹਾਂ ਨਾਲ ਸਾਨੂੰ ਫਲ ਪ੍ਰਾਪਤ ਹੋਵੇ, ਮਿੱਠਾ ਫਲ ਮਿਲੇ, ਤੇ ਫਿਰ ਗੁਰੂ ਦਾ ਪੱਲਾ ਜਿਹੜਾ ਹੈ ਉਹ ਫੜਨਾ ਪਏਗਾ। ਗੁਰੂ ਦਾ ਪੱਲਾ ਫੜ ਕੇ, ਗੁਰੂ ਦਾ ਆਸਰਾ ਲੈ ਕੇ, ਗੁਰੂ ਦੀ ਬਾਹ ਫੜ ਕੇ ਜਦੋਂ ਅਸੀਂ ਤੁਰਾਂਗੇ ਤੇ ਗੁਰੂ ਸਾਡਾ ਜੀਵਨ ਅੰਦਰੋਂ ਤਬਦੀਲ ਕਰ ਦਿੰਦਾ ਹੈ। ਜਦੋਂ ਜੀਵਨ ਅੰਦਰੋਂ ਤਬਦੀਲ ਹੁੰਦਾ ਹੈ ਤੇ ਫਿਰ ਸਹਿਜ ਦੀ ਅਵਸਥਾ ਜਿਹੜੀ ਆ ਉਹ ਬਣਦੀ ਆ।
ਫਿਰ ਜਿਹੜੀ ਅਵਸਥਾ ਬਣਦੀ ਆ ਉਹ ਜੀਓ ਨਿਰਮਲ ਵਾਲੀ ਉਹ ਬਣ ਜਾਂਦੀ ਆ। ਜਦੋਂ ਗੁਰੂ ਦਾ ਪੱਲਾ ਫੜ ਕੇ, ਗੁਰੂ ਦੀ ਬਾਹ ਫੜ ਕੇ ਤੁਰਨਾ ਸ਼ੁਰੂ ਕਰ ਦਿੰਦੇ ਆ ਤੇ ਫਿਰ ਗੁਰੂ ਸਾਰੇ ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ, ਪਖੰਡਾਂ ਤੋਂ, ਮਨ ਮੱਤਾਂ ਤੋਂ ਸਾਡਾ ਜਿਹੜਾ ਪਿੱਛਾ ਹੈ ਉਹ ਛੁਡਾ ਦਿੰਦਾ ਹੈ। ਸਾਡੇ ਕਰਮ ਇੰਦਰੇ ਤੇ ਗਿਆਨ ਇੰਦਰੇ ਜਿਹੜੇ ਆ ਫਿਰ ਉਹ ਉਸ ਤਰ੍ਹਾਂ ਹੀ ਕੰਮ ਕਰਦੇ ਨੇ ਜਿਵੇਂ ਸਤਿਗੁਰ ਸਾਹਿਬ ਜੀ ਚਲਾਉਂਦੇ ਨੇ, ਕਿਉਂਕਿ ਮਨ ਟਿਕਾ ਵਿੱਚ ਆ ਜਾਂਦਾ ਹੈ। ਮਨ ਟਿਕਾ ਵਿੱਚ ਆਉਂਦਾ ਹੈ ਜਦੋਂ ਗੁਰੂ ਦਾ ਪੱਲਾ ਫੜ ਕੇ ਚੱਲਦੇ ਆ, ਜਦੋਂ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਮਨ ਵਿੱਚ ਵਸਾ ਕੇ ਚੱਲਦੇ ਆ, ਫਿਰ ਜਿਹੜਾ ਹੈ ਮਨ ਟਿਕਾ ਦੇ ਵਿੱਚ ਆਉਂਦਾ ਹੈ। ਆਨੰਦ ਸਾਹਿਬ ਦੀ ਬਾਣੀ ਅਸੀਂ ਵਿਚਾਰੀ, 39 ਪੌੜੀਆਂ ਅਸੀਂ ਵਿਚਾਰ ਕੇ ਇੱਥੋਂ ਤੱਕ ਪਹੁੰਚੇ ਆ। ਬਹੁਤਾ ਵਾਰੀ ਕੀ ਹੁੰਦਾ ਸੀ, ਅਸੀਂ ਸਮਝਦੇ ਸੀ ਵੀ ਮੈਂ ਧਰਮੀ ਆ, ਮੈਂ ਧਰਮ ਦੇ ਕੰਮ ਕਰ ਰਿਹਾ ਹਾਂ, ਤੇ ਜੇ ਧਰਮ ਦੇ ਕੰਮ ਕਰਦੇ ਆ ਮੈਂ ਕਿਸੇ ਅਧਰਮੀ ਬੰਦੇ ਦੇ ਕੋਲ ਬੈਠ ਗਿਆ ਹੈ ਤੇ ਸ਼ਾਇਦ ਮੇਰਾ ਧਰਮ ਜਿਹੜਾ ਹੈ ਉਹ ਭ੍ਰਿਸ਼ਟ ਹੋ ਗਿਆ ਹੈ। ਜਿੰਨੀ ਦੇਰ ਤੱਕ ਅਸੀਂ ਬਾਣੀ ਨਹੀਂ ਵਿਚਾਰੀ ਸੀ ਅਸੀਂ ਇਹ ਸਮਝਦੇ ਸਾਂ, ਪਰ ਜਦੋਂ ਅਸੀਂ ਬਾਣੀ ਨੂੰ ਵਿਚਾਰਿਆ ਹੈ, ਬਾਣੀ ਨੂੰ ਵਿਚਾਰ ਕੇ ਇਹ ਗੱਲ ਸਮਝੀ ਆ ਵੀ ਜਿਹੜਾ ਭ੍ਰਿਸ਼ਟ ਹੋ ਜਾਵੇ ਉਹ ਤਾਂ ਧਰਮ ਹੀ ਨਾ ਹੋਇਆ। ਫਿਰ ਧਰਮ ਕਾਹਦਾ ਹੋਇਆ ਜੇ ਭ੍ਰਿਸ਼ਟ ਹੀ ਹੋ ਗਿਆ? ਧਰਮ ਉਹ ਹੈ ਜਿਹਦੇ ਨਾਲ ਅਸੀਂ ਕਿਸੇ ਅਧਰਮੀ ਬੰਦੇ ਦੇ ਕੋਲ ਵੀ ਬੈਠ ਜਾਈਏ ਤੇ ਉਹ ਬੰਦਾ ਵੀ ਧਰਮ ਦੀ ਦੁਨੀਆ 'ਚ ਪੈਰ ਰੱਖ ਲਵੇ, ਉਹਨੂੰ ਧਰਮੀ ਆਖਿਆ ਜਾਂਦਾ ਹੈ। ਉਹ ਧਰਮ ਕਮਾਉਣਾ, ਅਸਲ ਦੇ ਵਿੱਚ ਉਹਨੂੰ ਧਰਮ ਕਮਾਉਣਾ ਕਿਹਾ ਜਾਂਦਾ ਹੈ। ਬਹੁਤ ਵੀਰ ਤੇ ਭੈਣਾਂ ਐਸੇ ਨੇ ਜਿਹੜੇ ਆਨੰਦ ਸਾਹਿਬ ਦੀ ਬਾਣੀ ਦਾ ਰੋਜ਼ਾਨਾ ਪੂਰਾ ਪਾਠ, ਸੰਪੂਰਨ ਪਾਠ ਕਰਦੇ ਨੇ, ਪਰ ਜਿਹੜੇ ਸੰਪੂਰਨ ਪਾਠ ਨਹੀਂ ਵੀ ਕਰਦੇ, ਬਹੁਤਾ ਕਰਕੇ ਅਸੀਂ ਆਨੰਦ ਸਾਹਿਬ ਦੀ ਬਾਣੀ ਪਹਿਲੀਆਂ 5 ਪੌੜੀਆਂ ਤੇ ਅੰਤਲੀ ਪੌੜੀ ਜਿਹੜੀ 40ਵੀਂ ਪੌੜੀ ਹੈ, ਜਿਹਦੀ ਅਸੀਂ ਅੱਜ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰਨੀ ਆ, ਇਹ 6 ਪੌੜੀਆਂ ਦੀ ਵਿਚਾਰ, ਇਹ 6 ਪੌੜੀਆਂ ਤਾਂ ਅਸੀਂ ਦਿਨ 'ਚ ਇੱਕ ਵਾਰ ਤਾਂ ਪੜ੍ਹਦੇ ਹਾਂ। ਜੇ ਸਾਰਾ ਦਿਨ ਨਹੀਂ ਵੀ ਕਰਦੇ ਤਾਂ ਜਦੋਂ ਅਸੀਂ ਸੋਦਰ ਦਾ ਪਾਠ ਕਰਦੇ ਹਾਂ ਉਦੋਂ ਅਸੀਂ ਆਨੰਦ ਸਾਹਿਬ ਦੀਆਂ 6 ਪੌੜੀਆਂ ਜ਼ਰੂਰ ਪੜ੍ਹਦੇ ਹਾਂ। ਪਰ ਕੀ ਸਿਰਫ ਅਸੀਂ ਇਹ ਪੌੜੀਆਂ ਪੜ੍ਹਦੇ ਹੀ ਆ, ਸੁਣਦੇ ਹੀ ਆ, ਜਾਂ ਇਸ ਵਿਚਾਰ ਨੂੰ ਆਪਣੇ ਮਨ ਦੇ ਵਿੱਚ ਵੀ ਵਸਾਉਂਦੇ ਆ? ਕਿਉਂਕਿ ਸੱਚੇ ਪਾਤਸ਼ਾਹ ਚਲਾਉਂਦੇ ਚਲਾਉਂਦੇ ਇੱਥੋਂ ਤੱਕ ਲੈ ਕੇ ਆਏ ਆ, ਆਨੰਦ ਸੁਣੋ ਵਡਭਾਗਿਓ, ਯਾਨੀ ਇਹ ਵੱਡਿਆਂ ਭਾਗਾਂ ਵਾਲਿਓ ਸੁਣੋ। ਆਨੰਦ ਦੀ ਅਵਸਥਾ ਜਿਹੜੀ ਉਹ ਕੀ ਹੈ? ਆਨੰਦ ਦੀ ਅਵਸਥਾ ਜੀਵਨ ਦੇ ਵਿੱਚ ਕੀ ਤਬਦੀਲੀ ਲੈ ਕੇ ਆਉਂਦੀ ਆ? ਕਿਵੇਂ ਉੱਚੀ ਅਵਸਥਾ ਜਿਹੜੀ ਆ ਉਹ ਬਣਦੀ ਆ? ਸਗਲ ਮਨੋਰਥ ਪੂਰੇ, ਤੇ ਜਿਹੜੇ ਸਾਰੇ ਮਨੋਰਥ ਨੇ ਉਹ ਕਿਹੜੇ ਪੂਰੇ ਹੁੰਦੇ ਨੇ? ਕਿਹੜੇ ਉਹ ਮਨੋਰਥ ਨੇ ਜਿਨ੍ਹਾਂ ਮਨੋਰਥਾਂ ਦੀ ਗੱਲ ਸੱਚੇ ਪਾਤਸ਼ਾਹ ਨੇ ਕੀਤੀ ਆ? ਆਨੰਦ ਸੁਣੋ ਵਡਭਾਗਿਓ, ਸਗਲ ਮਨੋਰਥ ਪੂਰੇ। ਕਿਹੜੇ ਮਨੋਰਥ ਨੇ ਉਹ? ਕਿਉਂਕਿ ਅਸੀਂ ਬਹੁਤਾ ਕਰਕੇ ਜਿਹੜੇ ਆਪਣੀ ਜ਼ਿੰਦਗੀ ਦੇ ਮਨੋਰਥ ਆ ਅਸੀਂ ਦੁਨਿਆਵੀ ਪੱਖ ਨਾਲ ਹੀ ਜੋੜੇ ਆ ਕਿ ਮੈਂ ਆਇਆ ਏ, ਮੈਂ ਇੰਨੀ ਸੇਵਾ, ਮੁਬਾਰਕ ਆ ਜਿੰਨੀ ਅਸੀਂ ਕਰਦੇ ਆ। ਜੇ ਇਸ ਤਰ੍ਹਾਂ ਦੀ ਵੀ ਕੋਈ ਮਨ 'ਚ ਆਸ ਲੈ ਕੇ ਆ ਜਾਵੇ ਤੇ ਉਹ ਵੀ ਬੜੀ ਵੱਡੀ ਗੱਲ ਹੈ। ਪਰ ਅਸਲ ਦੇ ਵਿੱਚ ਜਿਹੜੇ ਮਨੋਰਥ ਨੇ ਉਹ ਕਿਹੜੇ ਨੇ? ਬਹੁਤਾ ਕਰਕੇ ਅਸੀਂ ਸੰਸਾਰ ਤੇ ਜਨਮ ਲੈਂਦੇ ਆ ਜਦੋਂ ਤੇ ਰੋਂਦੇ ਆਉਂਦੇ ਆ। ਸੰਸਾਰ ਦੇ ਵਿੱਚ ਜੀਂਦੇ ਆ, ਜਬ ਕਿਛ ਪਾਵੇ ਤਬ ਗਰਭ ਕਰਤੇ ਹੈ, ਮਾਇਆ ਗਈ ਤਬ ਰੋਮਨ ਲੱਗਤ ਹੈ। ਜਦੋਂ ਕੋਈ ਚੀਜ਼ ਚਲੀ ਜਾਂਦੀ ਆ ਫਿਰ ਵੀ ਰੋਂਦੇ ਆ, ਤੇ ਜਦੋਂ ਜਾਂਦੇ ਆ ਉਦੋਂ ਵੀ ਬਹੁਤੀ ਵਾਰੀ ਕਲਪਦੇ ਹੀ ਜਾਂਦੇ ਆ ਇਸ ਸੰਸਾਰ ਤੋਂ ਕਈ ਵਾਰੀ। ਪਰ ਸਾਰੇ ਮਨੋਰਥ ਕਿਹੜੇ ਮਨੋਰਥ ਆ ਜਿਹੜੇ ਸੱਚੇ ਪਾਤਸ਼ਾਹ ਨੇ ਕਹੇ ਆ ਕਿ ਪੂਰੇ ਹੁੰਦੇ ਆ? ਕਿਹੜੇ ਮਨੋਰਥਾਂ ਦੀ ਗੱਲ ਆ ਔਰ ਕਿਹੜਾ ਮਨੋਰਥ ਆ ਜਿਹੜਾ ਸੱਚੇ ਪਾਤਸ਼ਾਹ ਨੇ ਇੱਥੇ ਸਮਝਾਇਆ ਏ ਵੀ ਸਗਲ ਮਨੋਰਥ ਪੂਰੇ? ਉਹ ਕਿਹੜੇ ਹੈਗੇ ਨੇ? ਅਸੀਂ ਤੁਰੇ ਸਾਂ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅਸੀਂ ਟੁੱਟੇ ਹੋਏ ਸਾਂ, ਅਸੀਂ ਕੱਲੇ ਟੁੱਟੇ ਹੀ ਨਹੀਂ ਸਾਂ, ਹਨੇਰੇ ਦੇ ਵਿੱਚ ਭਟਕਦੇ ਸਾਂ। ਕਿਹੜੇ ਹਨੇਰੇ ਦੇ ਵਿੱਚ ਭਟਕਦੇ ਸਾਂ? ਕਰਮ ਕਾਂਡਾਂ ਦੇ, ਵਹਿਮਾਂ ਭਰਮਾਂ ਦੇ, ਆਪਣੇ ਬਣਾਏ ਹੋਏ ਕਰਮਾਂ ਦੇ ਹਨੇਰੇ ਦੇ ਵਿੱਚ ਅਸੀਂ ਭਟਕਦੇ ਸਾਂ। ਪਹਿਲਾ ਮਨੋਰਥ ਮੇਰਾ ਪੂਰਾ ਹੋਇਆ ਜਦੋਂ ਮੈਨੂੰ ਸਤਿਗੁਰ ਦੇ ਨਾਲ ਮਿਲਾਪ ਹੋਇਆ, ਸਤਿਗੁਰੂ ਮੈਂ ਪਾਇਆ।
ਜਦੋਂ ਸਤਿਗੁਰ ਦੇ ਨਾਲ ਮਿਲਾਪ ਹੋ ਗਿਆ ਤੇ ਸਤਿਗੁਰ ਨੇ ਮੇਰੇ ਸੋਚਣ ਦਾ ਤਰੀਕਾ ਬਦਲ ਦਿੱਤਾ, ਅੰਦਰ ਤਬਦੀਲੀ ਆ ਗਈ। ਹੁਣ ਸੋਚਣ ਦਾ ਢੰਗ ਬਦਲ ਗਿਆ। ਸੋਚਣ ਦਾ ਢੰਗ ਕੀ ਬਦਲ ਗਿਆ? ਹੁਣ ਪਤਾ ਲੱਗ ਗਿਆ ਵੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ। ਹੁਣ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਉਹਦੇ ਨਾਲ ਮੈਂ ਜੁੜਨਾ ਹੈ। ਜਦੋਂ ਇਸ ਚੀਜ਼ ਦਾ ਪਤਾ ਲੱਗਾ, ਸਤਿਗੁਰ ਦਾ ਪੱਲਾ ਫੜਿਆ ਤੇ ਫਿਰ ਆਪਣੇ ਭਟਕਦੇ ਹੋਏ ਮਨ ਨੂੰ ਕਿਹਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਿੱਥੇ ਭਟਕਦਾ ਫਿਰਦਾ ਹੈ ਮੇਰਿਆ ਮਨਾ? ਰੱਬ ਦੇ ਨਾਲ ਰਹਿ, ਪਰਮੇਸ਼ਰ ਦੇ ਨਾਲ ਰਹਿ, ਪਰਮੇਸ਼ਰ ਦੀ ਯਾਦ, ਪਰਮੇਸ਼ਰ ਦੇ ਗੁਣਾਂ ਦਾ ਸੰਗ ਮਾਣ। ਇੱਧਰ ਉੱਧਰ ਕਿੱਧਰ ਤੁਰਿਆ ਫਿਰਦਾ ਹੈ? ਕਿਉਂ ਪਰਮੇਸ਼ਰ ਦੇ ਗੁਣਾਂ ਦਾ ਸੰਗ ਮਾਣ? ਕਿਉਂਕਿ ਪਰਮੇਸ਼ਰ ਦੇ ਗੁਣਾਂ ਦਾ ਸੰਗ ਮਾਣਿਆ ਪਤਾ ਲੱਗਣਾ ਹੈ ਵੀ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਸਾਰਾ ਕੁਛ ਹੀ ਤਾਂ ਉਸ ਸੱਚੇ ਸਾਹਿਬ ਦੇ ਘਰ ਆ। ਕਿੱਥੇ ਭਟਕਦਾ ਫਿਰਦਾ ਮੇਰੇ ਮਨਾ? ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਪਤਾ ਲੱਗਾ ਪਰ ਸਭ ਤੋਂ ਉੱਤਮ ਚੀਜ਼ ਕਿਹੜੀ ਆ? ਨਾਮ। ਨਾਮ ਜਿਨਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਜਦੋਂ ਨਾਮ ਜ਼ਿੰਦਗੀ 'ਚ ਵਸ ਗਿਆ, ਪਤਾ ਲੱਗ ਗਿਆ ਵੀ ਸੱਚੇ ਸਾਹਿਬਾ ਹੈਗਾ ਸਭ ਕੁਝ ਤੇਰੇ ਘਰ ਦੇ ਵਿੱਚ ਆ। ਕੋਈ ਚੀਜ਼ ਐਸੀ ਨਹੀਂ ਜਿਹੜੀ ਤੇਰੇ ਘਰ ਦੇ ਵਿੱਚ ਨਹੀਂ ਹੈਗੀ, ਪਰ ਨਾਮ ਇੱਕ ਐਸੀ ਉੱਤਮ ਚੀਜ਼ ਆ ਕਿ ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਏ। ਨਾਮ ਦੇ ਵਿੱਚ ਜਿਹੜੀਆਂ ਨੇ ਉਹ ਸਾਰੀਆਂ ਵਡਿਆਈਆਂ ਨੇ। ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ, ਜੇ ਨਾਮ ਦੇ ਨਾਲ ਚਿੱਤ ਲਾਵਾਂਗੇ ਤੇ ਕੀ ਹੋਊਗਾ? ਗੋਜ ਗੱਲ ਜੀ ਕੀ ਕੀਚੇ ਸਤਿਗੁਰ ਪਾਸ। ਗੋਜ ਗੱਲ ਕਿਹੜੀ ਹੁੰਦੀ? ਜਿਹੜਾ ਗੁੱਜੀ ਗੱਲ ਜਿਹੜੀ ਅਸੀਂ ਕਿਸੇ ਨਾਲ ਨਾ ਕਰ ਸਕੀਏ। ਜਦ ਨਾਮ ਨਾਲ ਚਿੱਤ ਲੱਗ ਗਿਆ, ਜਿਹੜੀ ਗੱਲ ਮੈਨੂੰ ਬਾਹਰ ਕਰਨ ਲੱਗਿਆ ਸ਼ਰਮ ਆਉਂਦੀ ਆ, ਜਿਹੜੀ ਗੱਲ ਮੈਂ ਇੱਥੋਂ ਤੱਕ ਆਪਣੇ ਜੀਵਨ ਸਾਥੀ ਨਾਲ ਵੀ ਸਾਂਝੀ ਕਰਨ ਲੱਗਿਆ ਸ਼ਰਮ ਮਹਿਸੂਸ ਕਰਦਾ, ਮੈਂ ਉਹ ਬਾਤ ਉਹਦੇ ਨਾਲ ਵੀ ਨਹੀਂ ਪਾ ਸਕਦਾ, ਉਹ ਬਾਤ, ਉਹ ਗੋਜ ਗੱਲ ਮੈਂ ਸਤਿਗੁਰ ਦੇ ਨਾਲ ਕਰਦਾ ਹਾਂ। ਕਿਉਂ ਉਹ ਗੋਜ ਗੱਲ ਸਤਿਗੁਰ ਨਾਲ ਕਰਦਾ? ਕਿਉਂਕਿ ਨਾਮ ਦਾ ਪਤਾ ਲੱਗ ਗਿਆ, ਨਾਮ ਦਾ ਪਤਾ ਲੱਗਾ, ਗੋਜ ਗੱਲ ਸਤਿਗੁਰ ਨਾਲ ਕੀਤੀ, ਬਾਤਾਂ ਸਤਿਗੁਰ ਨਾਲ ਪਾਈਆਂ। ਇਸ ਕਰਕੇ ਪਾਈਆਂ ਕਿਉਂਕਿ ਸਾਚਾ ਨਾਮ ਮੇਰਾ ਆਧਾਰ। ਸੱਚਾ ਨਾਮ ਜਿਹੜਾ ਵਾ ਇਹੋ ਹੀ ਆਸਰਾ ਹੈ, ਹੋਰ ਕੋਈ ਆਸਰਾ ਜਿਹੜਾ ਵਾ ਉਹ ਹੈ ਹੀ ਨਹੀਂ। ਜਦੋਂ ਸੱਚਾ ਨਾਮ ਆਸਰਾ ਬਣਾ ਲਿਆ, ਫਿਰ ਅੰਦਰ ਜਿਹੜੇ ਅਨਹਦ ਵਾਜੇ ਨੇ ਉਹ ਵੱਜਣੇ ਸ਼ੁਰੂ ਹੋ ਗਏ। ਅਨਹਦ ਵਾਜੇ ਜਿਹੜੇ ਕਦੀ ਖਤਮ ਨਹੀਂ ਹੁੰਦੇ, ਜਿਹਦੀ ਕੋਈ ਹੱਦ ਨਹੀਂ। ਨਾਮ ਦਾ ਵਾਜਾ ਭਾਵ ਗੁਣਾ ਦਾ ਵਾਜਾ। ਜਦੋਂ ਗੁਣਾ ਦਾ ਵਾਜਾ ਵੱਜਿਆ ਤਾਂ ਫਿਰ ਆਪਣੇ ਆਪ ਵੱਲ ਝਾਤੀ ਮਾਰੀ, ਪਤਾ ਲੱਗਿਆ ਸਾਚੀ ਲਿਵੇ ਬਿਨ ਦੇਹ ਨਿਮਾਣੀ। ਦੇਹ ਨਿਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆਂ। ਮੇਰੀ ਤਾਂ ਜਦੋਂ ਤੱਕ ਲਿਵ ਨਹੀਂ ਸੀ ਲੱਗੀ, ਮੈਂ ਤਾਂ ਨਿਮਾਣਾ ਤੁਰਿਆ ਫਿਰਦਾ ਸੀ। ਮੈਂ ਤਾਂ ਵਿਚਾਰਾ ਹੀ ਤੁਰਿਆ ਫਿਰਦਾ ਸਾਂ। ਮੈਂ ਵਿਚਾਰਾ ਸਾਂ, ਮੇਰੀ ਵਿਚਾਰ ਗਈ, ਮੇਰੀ ਕੋਈ ਹਾਲਤ ਨਹੀਂ ਸੀ। ਜਦੋਂ ਸੱਚੀ ਲਿਵ ਲੱਗ ਗਈ, ਤੇ ਸੱਚੀ ਲਿਵ ਲੱਗੀ ਕਦੋਂ? ਜਦੋਂ ਨਾਮ ਨਾਲ ਸੰਬੰਧ ਬਣਿਆ, ਜਦੋਂ ਸਤਿਗੁਰ ਦਾ ਪੱਲਾ ਫੜਿਆ। ਤੇ ਜਦੋਂ ਸਤਿਗੁਰ ਦਾ ਪੱਲਾ ਫੜਿਆ, ਨਾਮ ਨਾਲ ਸੰਬੰਧ ਬਣਿਆ, ਗੁਰੂ ਨਾਲ ਸੰਬੰਧ ਬਣਿਆ, ਫਿਰ ਪਤਾ ਲੱਗਿਆ ਮਨਾ ਤੂੰ ਤਾਂ ਐਵੇਂ ਭੱਜਦਾ ਫਿਰਦਾ ਸਾ। ਇਹ ਗੁਣਾ ਰੂਪੀ ਅੰਮ੍ਰਿਤ ਤਾਂ ਸੁਰੰਦਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਅੰਮ੍ਰਿਤ ਨੂੰ ਤਾਂ ਸੁਰੰਦਰ ਮੁਨ ਜਨ ਵੀ ਖੋਜਦੇ ਫਿਰਦੇ ਆ। ਉਹ ਵੀ ਇਸ ਅੰਮ੍ਰਿਤ ਨੂੰ, ਗੁਣਾ ਰੂਪੀ ਅੰਮ੍ਰਿਤ ਨੂੰ ਲੱਭਦੇ ਫਿਰਦੇ ਆ। ਤੂੰ ਕਿੱਥੇ ਤੁਰਿਆ ਫਿਰਦਾ ਹੈ? ਜਦੋਂ ਅੰਮ੍ਰਿਤ, ਗੁਣਾ ਵਾਲਾ ਅੰਮ੍ਰਿਤ ਗੁਰੂ ਦੇ ਕੋਲੋਂ ਪਾ ਲਿਆ, ਫਿਰ ਪਤਾ ਲੱਗ ਗਿਆ, ਫਿਰ ਭਗਤ ਬਣ ਗਏ। ਜਦੋਂ ਭਗਤ ਬਣੇ, ਗੁਰਮੁਖ ਬਣੇ, ਫਿਰ ਕੀ ਹੋਇਆ? ਭਗਤਾਂ ਕੀ ਚਾਲ ਨਿਰਾਲੀ, ਜੀਵਨ ਜਾਚ ਨਿਰਾਲੀ ਹੋ ਗਈ। ਜੀਵਨ ਜਾਚ ਐਸੀ ਨਿਰਾਲੀ ਹੋ ਗਈ ਵੀ ਹੁਣ ਮਨ ਮੱਤੀ ਕਰਮ ਕਰਨ ਨੂੰ ਦਿਲ ਨਹੀਂ ਕਰਦਾ। ਹੁਣ ਗੁਰਮਤ ਦੇ ਨਾਲ ਜੁੜ ਗਏ ਆ। ਹੁਣ ਜਿਹੜੇ ਕਰਮ ਕਰਦੇ ਆ ਉਹ ਗੁਰਮਤ ਨਾਲ ਕਰਦੇ। ਪਹਿਲਾਂ ਉਹ ਕਰਮ ਔਖੇ ਲੱਗਦੇ ਸੀ। ਬੰਦੇ ਸਾਨੂੰ ਕਹਿੰਦੇ ਸੀ, ਸਾਰੇ ਉਹ ਕਹਿੰਦੇ ਸੀ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਜਿਹੜਾ ਮਾਰਗ ਆ ਇਹ ਤੇ ਬੜਾ ਔਖਾ ਏ। ਪਰ ਜਿਸ ਵੇਲੇ ਉਹ ਪਤਾ, ਉਦੋਂ ਔਖਾ ਲੱਗਦਾ ਸੀ ਜਦੋਂ ਜੀਉ ਮੈਲੇ ਬਾਹਰੋਂ ਨਿਰਮਲ ਸਾਂ, ਪਰ ਸ਼ਬਦ ਨਾਲ ਸਾਂਝ ਪਾਈ। ਜਦੋਂ ਜੀਉ ਨਿਰਮਲ, ਬਾਹਰੋਂ ਨਿਰਮਲ, ਜਦੋਂ ਦੋਨੋਂ ਪਾਸੇ ਨਿਰਮਲ ਹੋ ਗਏ, ਫੇਰ ਇਹ ਮਾਰਗ ਔਖਾ ਨਹੀਂ ਲੱਗਦਾ। ਹੁਣ ਦੂਜਿਆਂ ਨੂੰ ਭਾਵੇਂ ਔਖਾ ਲੱਗਦਾ ਹੋਵੇ, ਪਰ ਜਿਹਨੇ ਸ਼ਬਦ ਦੇ ਨਾਲ ਸਾਂਝ ਪਾ ਲਈ, ਜਦੋਂ ਸ਼ਬਦ ਦੇ ਨਾਲ ਸਾਂਝ ਪਾ ਲਈ, ਜਦੋਂ ਬਾਣੀ ਪੜ੍ਹ ਲਈ,
ਬਾਣੀ ਨੂੰ ਵਿਚਾਰ ਲਿਆ, ਬਾਣੀ ਆਪਣੇ ਹਿਰਦੇ 'ਚ ਵਸਾ ਲਈ, ਤੇ ਫਿਰ ਇਸ ਮਾਰਗ ਤੇ ਚੱਲਣਾ ਹੁਣ ਔਖਾ ਨਹੀਂ ਲੱਗਦਾ। ਹੁਣ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਸਮਝਾਤਾ ਵੀ ਮਾਂ ਦੇ ਗਰਭ ਤੋਂ ਲੈ ਕੇ ਬਾਹਰ ਦੀ ਮਾਇਆ ਤੱਕ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਸਮਝਾਉਂਦੇ, ਇੱਥੋਂ ਤੱਕ ਲੈ ਕੇ ਆ ਗਏ ਵੀ ਜਿਹੜੇ ਤੇਰੇ ਨੇਤਰ ਨੇ ਬੰਦਿਆ, ਤੇਰੇ ਕੰਨ ਨੇ, ਤੇਰੀ ਜ਼ੁਬਾਨ ਆ, तेरा शरीर आ, महाराज ने टणका के क्या इस शरीरा मेरे आ, इस जग में आके क्या तुद कर्म कमाया, के कर्म कमाया तुद शरीरा, जा तू जग में आया जिन हर तेरा रचन रचया, सो हर मन ना वसाया। महाराज ने हर चीज कहते गलत काम ना करियो मेरे नेत्रो, मेरे कन्नो, मेरी जिह्वा, किते गलत काम ना करियो, ये ना होवे किते कि साईं दे दरबार च शर्मिंदा होना पै जावे। उथों कढ़ के सच्चे पातशाह ना सारे मनोरथां नूं समझाउंदे समझाउंदे सच्चे पातशाह सतगुरु साहब जी धन धन गुरु अमरदास पातशाह अज लैके आए आ, आनंद सुनो वड भागियो सगल मनोरथ पूरे। ये वड्डियां भागां वालिओ सगल मनोरथ कहंदे पूरे हो गए। किहड़े सगल मनोरथ पूरे हो गए आ? हुण मेरे कान सच सुणदे आ। हुण जे मेरे कोल आके कोई किसी दी गलत गल करदा है, किसी दी निंदा चुगली करदा है, हुण मैं ओदी गल नहीं सुनदा। हुण मेरी जबान जिहड़ी आ वो झूठ नहीं बोलदी, बेईमानी वाले बोल नहीं कर बोलदी। हुण मेरे नेत्र गलत नहीं वेखदे, हुण मेरे नेत्र सब में जोत जोत है सोई, मेरे नेत्र सारियां च ओदी जोत वेखदे आ। हुण मेरे नेत्र सबे घट राम बोले, रामा बोले, राम बिना को बोले रे, सारियां दे विच ओ राम देखदे ने, उन्हां नूं ओदी जोत नजर आउंदी आ। हुण मेरा शरीर जिहड़ा वा ओ रब्बी विचार अनुसार काम करदा है, रब्बी विचारधारा नूं समझ लिया, ओ मनोरथ पूरे हो गए। हुण रब्बी विचारधारा दे अनुसार मेरा शरीर जिहड़ा है ओ काम करदा है। जदों ये सारे मनोरथ पूरे हो गए फिर की होया? पार ब्रह्म प्रभ पाया। हुण पार ब्रह्म दुनिया विच वैसे आके असीं बहुत कुछ प्राप्त करदे हां, बड़ियां चीज़ां असीं पाउंदे हां, पर जदों मनोरथ असली मनोरथ पूरे हुंदे आ ना ते फिर पार ब्रह्म दे नाल, फिर उस करते पुरख दे नाल जिहड़ी आ ओह सांझ बन जांदी है। फिर असीं ओहदा अंग बन जांदे हां। ਜਿਹੜੇ ਭਗਤ ਜਿਨ੍ਹਾਂ ਦੀ ਚਾਲ ਨਿਰਾਲੀ ਆ ਨਾ, ਫਿਰ ਉਹ ਨਿਰੰਕਾਰ ਦਾ ਅੰਗ ਬਣ ਜਾਂਦੇ ਆ। ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਫਿਰ ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ, ਇਸ ਤਰ੍ਹਾਂ ਦਾ ਜੀਵਨ ਹੋ ਜਾਂਦਾ ਹੈ। ਫਿਰ ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਆਨੰਦ ਦੀ ਅਵਸਥਾ ਐਸੀ ਬਣ ਜਾਂਦੀ ਹੈ। ਜੋਤ ਦੇ ਵਿੱਚ ਜੋਤ ਮਿਲ ਜਾਂਦੀ ਹੈ, ਕਿਉਂਕਿ ਸਰੀਰ मन ये सारा कुछ जिहड़ा वा इस सतगुरु दे अनुसार चलदा है। तां कि पार ब्रह्म प्रभ पाया ते फिर होया कि उतरे सगल विसूरे। विसूरे दा भाव चिंता ते झोरे। अज तक मैनू चिंता रहिंदी सी, चिंता रहिंदी सी, चिंतत ही दिसे सब कोई, सारा कुछ चिंता दे विच ही लगदा सी। आ किवें होएगा, इस तरह ना हो जावे, किते इंज ना हो जाए। जदों शब्द नाल चित ला लिया, जदों एक नाल चित ला लिया, फिर कहंदे चेते एक तही सुख होई। जदों एक नाल चित ला लिया फिर सुख आ। हुण एक नाल चित लाउण तो बाद, शब्द नाल चित लाउण तो बाद मरने की चिंता नहीं, जीवन की नहीं आस। हुण इहो जिहा झोरा ही खत्म हो गया। हुण कोई झोरा नहीं रह गया भी हाय जे मैं मर गया तो फिर की हो। मरना किहड़ा? ये मरण जीवन जिहड़ा गुणा ते अवगुणा वाले पासों आत्मक मरण जीवन की गल आ। ते भावें दुनियावी भी ले लो, फिर इहो जी चिंता नहीं रह जाती। फिर इहो जे झोरे जिहड़े खत्म हो जाते ने। फिर कहंदे बंदा कहंदा हुण जिहड़ा उद्यम आ मेरे सतगुरु साहब ने बख्शना है, हुण मैनू चिंता नहीं। नानक चिंता मत करो, चिंता तुसीं ये जल में जंतो पाए तिना भी रोजी दे। वो तो सारियां दी प्रतिपालना करदा है, मेरी ना करूं। जे मैं उद्यम कर रहा ओहदे आसरे ते चल रहा, जे साचा नाम मेरा आधारो बना लिया है तो फिर मेरी चिंता उहनूं। फिर जेड़े उतरे सगल विसूरे, ये झोरे चिंता खत्म हो गई। हुण जीवन बन गया। हुण समझ लगी है उस शब्द दी, सतगुरु होए दयाल तां शरदा पूरीए, सतगुरु होए दयाल न कंबहू झूरीए, सतगुरु होए दयाल तां दुख ना जानिए, सतगुरु होए दयाल तां हर रंग माणिए।
ਹੁਣ ਇਸ ਸ਼ਬਦ ਦੀ ਜਿਹੜੀ ਆ ਨਾ ਉਹ ਸਾਰੀ ਸਮਝ ਲੱਗ ਗਈ। ਹੁਣ ਦਿਮਾਗ ਦੇ ਵਿੱਚ ਫਿੱਟ ਹੋ ਗਿਆ ਵੀ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ, ਅਗਨਤ ਭਰੇ ਭੰਡਾਰ, ਉਹ ਤਾਂ ਸਾਰਿਆਂ ਦਾ ਦਾਤਾ ਇੱਕ ਆ, ਮੈਂ ਐਵੇਂ ਤੁਰਿਆ ਫਿਰਦਾ ਸਾਂ। ਜਦੋਂ ਦੱਦੇ ਦਾਤੇ ਦੀ ਸਮਝ ਆ ਗਈ ਆ, ਫਿਰ ਦੁੱਖ ਰੋਗ ਸੰਤਾਪ ਹੀ ਉਤਰੇ। ਕਿਵੇਂ ਉਤਰੇ? ਸੁਣੀ ਸੱਚੀ ਬਾਣੀ। ਹੁਣ ਦੁੱਖ ਕਿਹੜੇ ਨੇ ਅਸਲ ਦੇ ਵਿੱਚ? ਦੁੱਖ ਉਦੋਂ ਹੁੰਦੇ ਨੇ ਜਦੋਂ ਮਨ ਬਲਵਾਨ ਨਹੀਂ ਹੁੰਦਾ। ਮਨ ਕਮਜ਼ੋਰ ਆ ਤੇ ਫਿਰ ਸਾਰੇ ਦੁੱਖ ਜਿਹੜੇ ਨੇ ਉਹ ਲੱਗਦੇ ਨੇ। ਜੇ ਮਨ ਸ਼ਬਦ ਦੇ ਨਾਲ ਲੱਗ ਗਿਆ ਤੇ ਫਿਰ ਆਪਾਂ ਪੜ੍ਹਦੇ ਆ ਨਾ, ਜਿਉਂ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਫਿਰ ਜਿਹੜੇ ਦੁੱਖ ਆ ਨਾ ਉਹ ਲੱਗਦੇ ਨਹੀਂ। ਬਾਣੀ ਦੇ ਨਾਲ ਮਨ ਬਲਵਾਨ ਹੋਣਾ। ਜਦੋਂ ਮਨ ਬਾਣੀ ਦੇ ਨਾਲ ਲੱਗ ਗਿਆ, ਫਿਰ ਸਮਝ ਆਈ ਵੀ ਮੈਂ ਅੱਜ ਤੱਕ ਦੁਖੀ ਤਾਂ ਸਾਂ ਕਿਉਂਕਿ ਦੁੱਖ ਤਦੇ ਜਾਂ ਵਿਸਰ ਜਾਏ, ਕਿਉਂਕਿ ਮੈਨੂੰ ਵਿਸਰਿਆ ਪਿਆ ਸੀ। ਮੈਂ ਤਾਂ ਦੁਖੀ ਸਾਂ ਵੀ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ। ਮੈਂ ਤਾਂ ਭੁੱਲਿਆ ਫਿਰਦਾ ਸਾਂ ਗੁਣਾਂ ਨੂੰ, ਮੈਂ ਉਸ ਪਰਮੇਸ਼ਰ ਨੂੰ ਯਾਦ ਹੀ ਨਹੀਂ ਸਾਂ ਕਰਦਾ। ਦੇਖੋ ਜਿਹੜਾ ਦੁੱਖ ਆ ਨਾ, ਦੁੱਖ ਤੇ ਦਰਦ, ਜਿਹੜਾ ਦਰਦ ਆ ਨਾ ਉਹ ਦੁੱਖ ਦੇ ਵਿੱਚੋਂ ਨਿਕਲਦਾ ਹੈ। ਦਰਦ, ਤੁਸੀਂ ਦਰਦ ਇਸ ਤਰ੍ਹਾਂ ਸਮਝ ਲਓ ਕਿ ਦਰਦ ਜਿਹੜਾ ਹੈ ਉਹ ਇੱਕ ਅਲਾਰਮ ਹੈ, ਦਰਦ ਇੱਕ ਸੈਂਸਰ ਹੈ। ਹੁਣ ਜਿਨ੍ਹਾਂ ਨੇ ਸੈਂਸਰ ਹੀ ਕੱਢ ਛੱਡਿਆ, ਹੁਣ ਮਿਕਸੀਆਂ 'ਚ ਹੁੰਦਾ ਨਾ, ਕਈ ਵਾਰੀ ਆਪਾਂ ਜਿਹੜੀਆਂ ਘਰ ਮਿਕਸੀਆਂ ਵਰਤਦੇ ਆ ਉਹਨਾਂ 'ਚ ਸੈਂਸਰ ਹੁੰਦਾ, ਥੱਲੇ ਜ਼ਿਆਦਾ ਚੀਜ਼ ਪਾ ਦਿਓ ਤਾਂ ਮਿਕਸੀ ਚੱਲਦੀ ਨਹੀਂ, ਉਹ ਸੈਂਸਰ ਥੱਲੇ ਲਾਲ ਬਟਨ, ਰੈੱਡ ਬਟਨ ਹੁੰਦਾ, ਨੀਚੇ ਆ ਜਾਂਦਾ। ਹੁਣ ਮੇਰੇ ਵਰਗੇ ਕਈ ਬੜੇ ਕਾਲੇ ਬੰਦੇ ਹੁੰਦੇ, ਉਹ ਬਟਨ ਹੀ ਕੱਢ ਛੱਡਦੇ ਤੇ ਉਹ ਕਹਿੰਦੇ ਸੈਂਸਰ ਨਾ, ਸੈਂਸਰ ਹੋਏਗਾ ਤੇ ਮੈਂ ਫਟਾਫਟ ਕੰਮ ਕਰਾਂਗਾ। ਪਤਾ ਹੀ ਉਦੋਂ ਲੱਗਦਾ ਜਦੋਂ ਮਿਕਸੀ ਸੜ ਜਾਂਦੀ ਹੈ। ਹੁਣ ਇਸੇ ਤਰ੍ਹਾਂ ਜੇ ਹੁਣ ਕੋਈ ਦਰਦ ਹੋਈ ਆ, ਪੇਨ ਹੋਈ ਆ, ਤੇ ਬਹੁਤੇ ਬੰਦੇ ਕਰਦੇ ਕਹਿੰਦੇ ਪੇਨ ਕਿਲਰ ਖਾ ਲਓ, ਡਾਕਟਰ ਕੋਲ ਕੀ ਜਾਣਾ, ਪੇਨ ਕਿਲਰ ਖਾ ਲਓ ਸਭ ਠੀਕ ਹੋ ਜਾਏਗਾ। ਅਸੀਂ ਪੇਨ ਕਿਲਰ ਖਾ ਲੈਂਦੇ ਆ, ਪਰ ਦੁੱਖ ਜਿਹੜਾ ਹੈ, ਦਰਦ ਦੀ ਜਿਹੜੀ ਜੜ ਆ, ਦੁੱਖ ਆ, ਅਸੀਂ ਉਹਨੂੰ ਨਹੀਂ ਲੱਭਣ ਦੀ ਕੋਸ਼ਿਸ਼ ਕਰਦੇ। ਅਸੀਂ ਸੈਂਸਰ ਜਿਹੜਾ ਹੈ ਉਹਨੂੰ ਹੀ ਕੱਢ ਦਿੱਤਾ, ਉਹਨੂੰ ਹੀ ਖਤਮ ਕਰ ਦਿੱਤਾ। ਦੇਖੋ ਜਿੰਨੇ ਗੁਰਦੁਆਰਾ ਨੇ, ਗੁਰਦੁਆਰਿਆਂ ਦੇ ਨਾਮ ਦੇਖ ਲਓ ਜਿਹੜੇ ਇਸ ਤਰ੍ਹਾਂ ਦੇ ਨੇ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਆ, ਦਰਦ ਨਿਵਾਰਨ ਸਾਹਿਬ ਗੁਰਦੁਆਰਾ ਨਹੀਂ ਹੈਗਾ, ਦੁੱਖ ਨਿਵਾਰਨ ਸਾਹਿਬ। ਗੁਰੂ ਦੁੱਖਾਂ ਨੂੰ ਕੱਟਦਾ ਹੈ, ਕਿਉਂਕਿ ਵੈਦ ਜੋ ਹੋਇਆ, ਮੇਰਾ ਵੈਦ ਗੁਰੂ ਗੋਬਿੰਦਾ, ਜਿਹੜਾ ਗੁਰੂ ਆ ਉਹ ਦੁੱਖ ਦੂਰ ਕਰਦਾ ਹੈ। ਉਹ ਵੈਦ ਆ ਜਿਹੜਾ ਦੁੱਖਾਂ ਨੂੰ ਦੂਰ ਕਰਦਾ। ਕਿਵੇਂ ਦੂਰ ਕਰਦਾ? ਮਨ ਬਲਵਾਨ ਕਰਦਾ ਹੈ। ਜਦੋਂ ਬਾਣੀ ਨਾਲ ਜੁੜਦੇ ਆ ਫਿਰ ਮਨ ਬਲਵਾਨ ਹੁੰਦਾ ਹੈ। ਜਦੋਂ ਮਨ ਬਲਵਾਨ ਹੁੰਦਾ ਹੈ ਫਿਰ ਦੁੱਖ ਜਿਹੜੇ ਆ ਉਹ ਲੱਗਦੇ ਨਹੀਂ, ਫਿਰ ਬੰਦਾ ਉਹਨਾਂ ਚੋਂ ਨਿਕਲ ਜਾਂਦਾ ਹੈ, ਕੋਈ ਨਾ ਕੋਈ ਹੱਲ ਲੱਭ ਲੈਂਦਾ ਹੈ। ਰੋਗ ਉਹਨੂੰ ਕਹਿੰਦੇ ਦੁੱਖਾਂ ਦਾ ਜਦੋਂ ਭਿਆਨਕ, ਜਿਹੜਾ ਭਿਆਨਕ ਰੂਪ ਹੋ ਜਾਂਦਾ ਹੈ, ਉਹ ਫਿਰ ਰੋਗ ਬਣ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਤਾਂ ਰੋਗ ਨਾਸ਼ਕ ਆ ਨਾ, ਉਹ ਰੋਗ ਵੀ ਕੱਟਦਾ ਹੈ। ਕੱਲੇ ਦੁੱਖ ਨਹੀਂ ਦੂਰ ਕਰਦਾ, ਉਹ ਕਿੱਡਾ ਵੀ ਰੋਗ ਲੱਗਾ ਹੋਵੇ ਉਹਨੂੰ ਵੀ ਦੂਰ ਕਰ ਦਿੰਦਾ। ਵੈਸੇ ਜਿਹੜਾ ਦੇਖੋ ਹੁਣ ਮਨ ਆ, ਗੱਲਾਂ ਸਾਰੀਆਂ ਮਨ ਤੋਂ ਹੀ ਉਪਜਦੀਆਂ। ਮਨ ਆ, ਮਨ ਨੂੰ ਗੁੱਸਾ ਚੜਿਆ, ਮਨ ਨੇ ਗੁੱਸਾ ਆਪਣੇ ਕੋਲ ਨਹੀਂ ਰੱਖਿਆ। ਮਨ ਨੂੰ ਬਹੁਤ ਗੁੱਸਾ ਚੜਿਆ, ਮਨ ਨੇ ਗੁੱਸਾ ਪਾਸ ਕਰਤਾ ਸਰੀਰ ਨੂੰ। ਬੀਪੀ ਕਿਹਦਾ ਵਧਿਆ? ਸਰੀਰ ਦਾ। ਕਸ਼ਟ ਕਿਹਨੇ ਭੋਗਿਆ? ਸਰੀਰ ਨੇ, ਮਨ ਨੇ ਥੋੜੀ ਭੋਗਿਆ। ਮਨ ਨੇ ਗੁੱਸਾ ਕੀਤਾ, ਗੁੱਸਾ ਗਾਸਾ ਅੱਗੇ ਪਾਸ ਕਰਤਾ, ਉਹ ਗੁੱਸਾ ਜਿਹੜਾ ਉਹ ਸਰੀਰ ਨੂੰ ਆ ਗਿਆ। ਹੁਣ ਸਰੀਰ, ਕਈ ਵਾਰੀ ਕ੍ਰੋਧ ਮਨ ਨੂੰ ਇੰਨਾ ਚੜਿਆ ਹੁੰਦਾ, ਤਾਮਸ਼ੀ ਚੜ ਜਾਂਦੀ, ਬੰਦਾ ਦੂਜੇ ਨੂੰ ਕੁੱਟ ਸੁੱਟਦਾ। ਹੁਣ ਜਿਹਨੂੰ ਕੁੱਟਿਆ ਉਹਦੇ ਕੋਲੋਂ ਚਪੇੜਾ ਵਿਚਾਰ ਖਾਊਗਾ, ਫਿਰ ਉਹ ਕਿਹਦਾ ਮੂੰਹ ਸੁੱਜਿਆ? ਉਹ ਤਾਂ ਸਰੀਰ ਦਾ ਹੀ ਹੋਇਆ ਨਾ, ਮਨ ਨੂੰ ਤੇ ਕੁਛ ਨਾ ਹੋਇਆ। ਤੇ ਜੇ ਮਨ ਬਲਵਾਨ ਹੈ, ਮਨ ਜਿਹੜਾ ਹੈ ਉਹ ਬਾਣੀ ਨਾਲ ਜੁੜਿਆ ਹੋਏਗਾ, ਗੁਰੂ ਚਰਨਾਂ ਨਾਲ ਜੁੜਿਆ ਹੋਏਗਾ, ਤੇ ਫਿਰ ਦੁੱਖ ਰੋਗ ਸੰਤਾਪ, ਸੰਤਾਪ ਦਾ ਮਤਲਬ ਕਲੇਸ਼, ਜਿਹੜੇ ਕਲੇਸ਼ ਨੇ ਉਹ ਵੀ ਮਨ ਦੀ ਕਮਜ਼ੋਰੀ ਕਰਕੇ ਪੈਦਾ ਹੁੰਦੇ ਨੇ। ਜਦ ਮਨ ਬਲਵਾਨ ਹੋ ਗਿਆ, ਮਨ ਗੁਰੂ ਚਰਨਾਂ ਨਾਲ ਜੁੜ ਗਿਆ, ਫਿਰ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ। ਸੱਚੀ ਬਾਣੀ ਭਾਵ ਜਦੋਂ ਬਾਣੀ ਦੇ ਨਾਲ ਚਿੱਤ ਲਾ ਲਿਆ, ਜਦੋਂ ਆਨੰਦ ਸਾਹਿਬ ਦੀ ਵਿਚਾਰ ਪੜ੍ਹ ਲਈ, ਜਦੋਂ ਪਤਾ ਲੱਗ ਗਿਆ ਕਿਹੜੇ ਮਨੋਰਥ ਆ ਮੇਰੇ, ਉਹ ਮਨੋਰਥ ਪੂਰੇ ਹੋ ਜਾਂਦੇ ਨੇ। ਫਿਰ ਕੋਈ ਦੁੱਖ ਰੋਗ ਸੰਤਾਪ ਨਹੀਂ ਲੱਗਦਾ। ਫਿਰ ਪਤਾ ਲੱਗਦਾ ਮੈਂ ਤਾਂ ਐਵੇਂ ਦੁੱਖਾਂ ਰੋਗਾਂ ਲਈ ਦੂਜਿਆਂ ਤੀਜਿਆਂ ਕੋ ਜਾ ਕੇ ਸਵਾਹ ਦੀਆਂ ਪੁੜੀਆਂ ਲੈਂਦਾ ਫਿਰਦਾ ਸਾਂ, ਮੈਂ ਤਾਂ ਐਵੇਂ ਟੂਣੇ ਟਾਮਣਾ ਦਾ ਆਸਰਾ ਲੈਂਦਾ ਫਿਰਦਾ ਸਾਂ, ਜਦੋਂ ਕਿ ਸਾਰਾ ਕੁਝ ਤਾਂ ਗੁਰੂ ਦੀ ਬਾਣੀ ਨਾਲ ਸਮਰਨਾ ਹੈ।
गुरु दी बाणी ने मन मजबूत बनाना है तो सारा कुछ मेरा संवरना है। जदों गुरु दी बाणी ने मन मजबूत बना दिता, फिर समझ आ गई भी अज तक मैं पढ़दा सा, औखी घड़ी ना देखण देई, उदों तो मैं इंज पढ़दा सा। हुण समझ लग गया, जदों बाणी नाल चित लग गया, जदों समझ लग गई, मन बलवान हो गया, फिर वो औखी घड़ी देखण ही नहीं दिंदा। वो मन एडा बलवान कर दिंदा, किड्डी भी औखी घड़ी आ जाए वो अपने तो पासे हटन नहीं दिंदा, अपना उपदेश वाला हथ सदा सिर ते रखदा है। जदों गुरु दे उपदेश वाला हथ सिर ते रहिंदा है, फिर ताती वाह ना लगे पार ब्रह्म शरनाई। फिर तत्ती वाह लगदी नहीं। तत्ती वाह कादी? विकारां दी तत्ती वाह, चिंता दी, झोरियां दी तत्ती वाह, वहमां दी, भरमां दी, पखंडां दी हुण तत्ती वाह लगदी नहीं। क्यों नहीं लगदी? क्योंकि चौगिरद हमारे रामकार। दुख लगे ना भाई, केड़ी रामकार? गुरु दे गुणां वाली जिहड़ी कार आ, गुरु दे गुणां दा पहरा लग गया हुण आसे पासे। हुण सारे पासे दे गुरु दे गुणां दा पहरा है। हुण तत्ती वाह जिहड़ी आ वो लगदी नहीं। किरदार इन्ना उच्चा हो गया। जद किरदार इन्ना उच्चा हो गया, फिर भगत बन गए, फिर गुरमुख बन गए, फिर संत रूप हो गए। ते जेड़े संत रूप हो गए, संत साजन भए सरसे। पूरे गुर ते जानी, पूरे गुरु कोलों एक गल जान लई कि संत साजन सोहणे रस विच जिउंदे ने, आनंद दी अवस्था दे विच जिउंदे ने। ते ओह आनंद दी अवस्था ਉਹ सोहणे गुरु कोलों, गुरु दे सोहणे विचारां कोलों, गुरु दे जेड़े गुणां वाले रस वाली बाणी आ, उन्हां तो जिहड़ी आ ਉਹ अपने हिरदे च उस बाणी नूं वसा लैंदे ने, सोहणे रस वाली नूं। जदों सोहणे रस वाली बाणी हिरदे दे विच वस गई ते फिर जिहड़ा मन आ ਉਹ अपने आप ही चढ़दी कला दे विच चला जांदा है। जदों मन चढ़दी कला च हो गया, फिर सुणते पुनीत, कहते पवित्र, सतगुर रहा भरपूरे। फिर सुनन वाला भी ते कहण वाला भी वो पवित्र हो जाता। क्योंकि हुण जिहड़ी गल आ वो सुननी भी गुरु दी आ ते कहनी भी गुरु दी गल आ। जदों सुननी भी गुरु दी, कहनी भी गुरु दी, फिर पता लग गया भी सारे पासे सतगुर रहा भरपूरे। सारे पासे तो मेरा गुरु, मेरा करता पुरख रमिया होया है। सारे पासे ते मेरे गुरु दे गुण रमे होए ने। अज मैनू उस रमे हुए राम दी भी समझ आ गई। जदों आनंद साहब दी बाणी पढ़ी ते मैनू रमे हुए राम दा वो भी पता लग गया, मतलब पता लग गया भी हुण मेरे लिए रमिया होया राम मेरा करता पुरख है, मेरा अकाल पुरख है। बिनवंत नानक गुर चरण लागे, वाजे अनहद तूरे। ते जो गुरु चरना नाल जुड़ गए, जिन्हां ने शब्द की रोशनी दे विच, शब्द की भै भावनी दे विच अपना जीवन जीव लिया, उन्हां दे अंदर खुशियां दे वाजे, अनहद वाजे, जिन्हां दी कोई हद नहीं, जिहड़े कदी खत्म नहीं होंदे। वो खुशियां दे वाजे जिहड़े ने वो वजन लग पे। हुण वो किसी सद्दे की उड़ीक च नहीं रहिंदा भी मैनू किसी पासों सद्दा आएगा ते मैं गुरुद्वारे तां जाना है। हुण चाह दे नाल वो भगत जन जिहड़े ने वो गुरुद्वारे जाके सत संगत च बैठदे ने। हुण इस सद्दे की उड़ीक ते नहीं रहिंदे भी मैनू कोई कहूगा ते मैं कथा विचारां सांझियां करनियां वा, मैं आपस च असीं कथा विचारां देखणियां सांझियां करनियां। हुण अंदरों चाह उत्पन्न हो गया भी भाई ये जिहड़े गुण ने इन्हां नूं वंडना है। हुण गिनतियां मिनतियां दे चक्करां दे विचों निकल गया। हुण जिहड़ियां अज तक गिनतियां करदे सी ना भी सवेरे नितनेम दियां इन्नियां बाणियां, शाम दे टाइम इन्नी बाणी, रात नूं इह वाली बाणी, हुण गिनतियां मिनतियां दा झगड़ा जिहड़ा सी वो खत्म हो गया। जिन्नों गिनतियां मिनतियां करके विखाउंदे सी, किन्नू विखाउंदे सां? जिहड़ा पल पल दी खबर जाणदा है, जिहड़ा ये जानदा है बिन बोलिया सब कुछ जानदा कि सागे कीचे अरदास, ओनू गिनतियां मिनतियां करके दिखाउंदे आ। जदों आनंद साहब की बाणी पढ़ लई, पता लग गया भी हर जी माता, हर जी पिता, हर जियो प्रतिपालक, हर जी मेरी सार करे, हम हर के बालक। मेरा ते माँ बाप होवा, मैं गिनतियां मिनतियां करा किहदे नाल? मैनू टणका के जदों मेरे सच्चे पातशाह ने यह गल कह दी आ भी ये शरीरा मेरेया, इस जग में आए के क्या तुद कर्म कमाया, के कर्म कमाया तुद शरीरा, जा तू जग में आया। मेरी अखां झुक गई जदों मेरे गुरु ने यह गल पूछी, जिन हर तेरा रचन रचिया, सो हर मन न वसाया।
ਤੂੰ ਭੁੱਲ ਬੈਠਾ ਹੈ, ਦਾਤਾਂ ਨਾਲ ਮੋਹ ਪਾ ਕੇ ਬਹਿ ਗਿਆ ਤੇ ਦਾਤੇ ਨੂੰ ਭੁੱਲ ਗਿਆ। ਅਸੀਂ ਦਾਤਾਂ ਨਾਲ ਮੋਹ ਪਾ ਲਿਆ ਤੇ ਅਸੀਂ ਦਾਤੇ ਨੂੰ ਭੁੱਲ ਗਏ। ਅਸੀਂ ਭੁੱਲ ਗਏ ਵੀ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਅਸੀਂ ਯਾਦ ਹੀ ਨਹੀਂ ਰੱਖਿਆ ਵੀ ਇਹ ਨੇਤਰੋਂ ਮੇਰਿਓ ਹਰ ਤੁਮੇ ਜੋਤ ਰੱਖੀ, ਹਰ ਬਿਨਵਰ ਨਾ ਦੇਖੋ ਕੋਈ। ਅਸੀਂ ਇਹ ਗੱਲ ਹੀ ਵਿਸਰ ਗਈ ਸਾਨੂੰ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੌ ਪਠਾਏ, ਸਾਚੇ ਸੁਣਨੇ ਨੌ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਅਸੀਂ ਭੁੱਲ ਗਏ, ਅਸੀਂ ਗਿਣਤੀਆਂ ਮਿੰਤੀਆਂ ਦੇ ਚੱਕਰਾਂ 'ਚ ਪੈ ਗਏ ਸੱਚੇ ਪਾਤਸ਼ਾਹ। ਅਸੀਂ ਆਨੰਦ ਸਾਹਿਬ ਦੀ ਬਾਣੀ, ਤੁਸੀਂ ਇੰਨੇ ਪਿਆਰ ਨਾਲ ਸਮਝਾਇਆ, ਅਸੀਂ ਬਾਣੀ ਸਮਝ ਕੇ ਵਿਚਾਰ ਕੇ ਅਸੀਂ ਫੇਰ ਭੁੱਲ ਗਏ। ਅਸੀਂ ਇਸ ਗੱਲ ਨੂੰ ਭੁੱਲ ਗਏ, ਮਾਤ ਗਰਭ ਮੇ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਾਂ ਦੇ ਉਦਰ ਦੇ ਵਿੱਚ ਤੁਸੀਂ ਰੱਖਿਆ, ਅਸੀਂ ਤਾਂ ਵੀ ਭੁੱਲ ਗਏ। ਪਰ ਜਿਵੇਂ ਫਿਰ ਭੁੱਲੇ ਸਾਂ, ਭੁੱਲ ਕੇ ਤੁਹਾਡੀ ਬਾਹ ਫੜ ਲਈ, ਬਾਹ ਫੜ ਕੇ ਸੱਚੇ ਪਾਤਸ਼ਾਹ ਤੁਸੀਂ ਇੱਥੋਂ ਤੱਕ ਲੈ ਆਏ। ਤੁਸੀਂ ਸਿਖਾ ਦਿੱਤੀ ਇਹ ਗੱਲ ਵੀ ਮੰਗ ਇੱਕ ਹੋਣੀ ਚਾਹੀਦੀ ਆ। ਇੱਕ ਮੰਗ ਜਿਹੜੀ ਰਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਇਹ ਸੱਚੇ ਪਾਤਸ਼ਾਹ ਤੁਸੀਂ ਮਾਂ-ਬਾਪ ਹੋ, ਤੁਸੀਂ ਸਭ ਕੁਝ ਹੋ। ਤੁਹਾਡਾ ਨਾਮ ਮੇਰਾ ਆਧਾਰ ਬਣ ਜਾਵੇ। ਅਸੀਂ ਤੁਹਾਡੇ ਬੱਚੇ ਆ, ਤੁਸੀਂ ਬਖਸ਼ ਲਓ, ਕਿਉਂਕਿ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਸੱਚੇ ਪਾਤਸ਼ਾਹ ਸਾਰੇ ਦਰ ਛੱਡ ਕੇ ਤੇਰੇ ਦਰ ਤੇ ਆ ਗਏ। ਤੇ ਮੈਂ ਬਹੁਤ ਵਾਰੀ ਇਹ ਗੱਲ ਪਹਿਲੋਂ ਵੀ ਕਹੀ ਆ, ਮੈਂ ਕਿਤੇ ਇਹ ਦਿਲੋਂ ਕਹਿਣਾ ਆ ਜਾਵੇ, ਦਿਲੋਂ ਇਹ ਗੱਲ ਕਹਿਣੀ ਆ ਜੇ ਵੀ ਸੱਚੇ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਸੱਚੇ ਪਾਤਸ਼ਾਹ ਮਹਾਰਾਜ ਸਮੁੰਦਰ ਵੇਖ ਲਓ ਤੇ ਸਾਨੂੰ ਵੇਖ ਲਓ। ਆ ਸਮੁੰਦਰ ਜੇ ਤੇ ਹੈ ਅਸੀਂ ਹੈ, ਸਮੁੰਦਰ ਦੇ ਪਾਣੀ ਦਾ ਕੋਈ ਪਾਰਾਵਾਰ ਨਹੀਂ ਤੇ ਸਾਡੇ ਔਗਣਾਂ ਦਾ ਕੋਈ ਪਾਰਾਵਾਰ ਨਹੀਂ। ਪਰ ਅਸੀਂ ਫਿਰ ਵੀ ਢਹਿ ਪਏ ਆ, ਅਸੀਂ ਦੁਆਰੇ ਤੇ ਆ ਗਏ ਆ ਵੀ ਦਇਆ ਕਰੋ, ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ ਦਾਤਿਆ, ਤੂੰ ਤਾਂ ਡੁੱਬਦੇ ਪੱਥਰ ਵੀ ਤਾਰ ਲੈਂਦਾ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਧੋਪੇ स्वामी मानस की गाते ही। सच्चे पातशाह ਅਸੀਂ ਗੰਦਗੀ ਸਹੀ, ਅਸੀਂ ਮਿੱਟੀ ਦੇ ਢੇਰੀ ਸਹੀ, ਪਰ ਅਸੀਂ ਇੱਕ ਅਰਦਾਸ ਲੈ ਕੇ ਆ ਗਏ ਆ, ਅਬ ਹਮ ਚਲੀ ठाकुर पे हार, जब हम शरण प्रभु की आई, राख प्रभु भावे मार। महाराज साडे अंदरला शीशा दिखावे, सानू अपने अंदरला शीशा देखना आ जाए। ਅਸੀਂ ਆਨੰਦ ਸਾਹਿਬ ਦੀ ਬਾਣੀ ਦੀਆਂ 40 ਪੌੜੀਆਂ ਚੜ ਗਏ ਆ, ਪਰ ਸੱਚੇ ਪਾਤਸ਼ਾਹ 40 ਪੌੜੀਆਂ ਚੜ ਤਾਂ ਗਏ ਆ ਤੁਹਾਡੀ ਕਿਰਪਾ ਦੇ ਨਾਲ, ਪਰ ਇਹ ਪੌੜੀਆਂ ਚੜਦਿਆਂ ਸਾਨੂੰ ਅੰਦਰਲਾ ਸ਼ੀਸ਼ਾ ਦੇਖਣਾ ਆ ਜੇ ਤੇ ਇਹ ਸ਼ੀਸ਼ਾ ਦੇਖ ਕੇ ਸਾਡੇ ਧੋਰੇ ਅੰਦਰੋਂ ਇੱਕ ਚਾਹ ਉਪਜ ਪਵੇ। ਉਹ ਚਾਹ ਇਸ ਤਰ੍ਹਾਂ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਮੈਨੂੰ ਇਹ ਵਾਲਾ ਚਾਹ, ਇਹ ਹੁਣ ਅੰਦਰੋਂ ਚਾਹ ਉਪਜ ਪਵੇ, ਮੈਨੂੰ ਹੁਣ ਵਿਸਰੇ ਨਾ। ਮੈਂ ਆਨੰਦ ਸਾਹਿਬ ਦੀ ਬਾਣੀ ਦੀ ਅਸੀਂ ਜਿਹੜੀਆਂ ਵਿਚਾਰਾਂ ਕੀਤੀਆਂ, ਅਸੀਂ ਵਿਸਰ ਨਾ ਜਾਈਏ। ਅਸੀਂ ਰੋਜ਼ ਜਦੋਂ ਭਾਵੇਂ ਸਾਰਾ ਨਾ ਸਹੀ ਮਹਾਰਾਜ, ਅਸੀਂ ਜਿਹੜੀਆਂ 6 ਪੌੜੀਆਂ ਪੜ੍ਹਦੇ ਹਾਂ, ਇਹ 6 ਪੌੜੀਆਂ ਪੜ੍ਹਦਿਆਂ ਹੀ ਸਾਡੀਆਂ ਅੱਖਾਂ ਅੱਗੋਂ ਆਨੰਦ ਸਾਹਿਬ ਨਿਕਲ ਜੇ, ਸਾਨੂੰ ਅੰਦਰੋਂ ਪਤਾ ਲੱਗ ਜੇ ਵੀ ਗੁਰੂ ਮਹਾਰਾਜ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਕੀ ਸਮਝਾਇਆ ਹੈ ਤੇ ਅਸੀਂ ਕੀ ਕਰ ਰਹੇ ਹਾਂ। ਸਾਨੂੰ ਅੰਦਰਲੇ ਸ਼ੀਸ਼ੇ ਦੇ ਨਾਲ, ਜਿਹੜਾ ਸਾਡੇ ਅੰਦਰਲਾ ਅਸਲੀ ਸ਼ੀਸ਼ਾ ਹੈ, ਉਹਦੇ ਨਾਲ ਸਾਂਝ ਪਵਾ ਦੇ, ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਆ ਜਾਵੇ। ਸੋ ਆਨੰਦ ਸਾਹਿਬ ਦੀ ਬਾਣੀ ਦੇ ਵਿਚਾਰ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ, ਸਤਿਗੁਰ ਸਾਹਿਬ ਜੀ ਨੇ ਇੰਨੀ ਕਿਰਪਾ ਕੀਤੀ ਵੀ ਇਹ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਉਦਮ ਬਖਸ਼ਿਆ, ਉਦਮ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਬਿਠਾਇਆ ਤੇ ਆਪਾਂ ਰਲ ਮਿਲ ਕੇ ਬਾਣੀ ਦੇ ਵਿਚਾਰ ਸਾਂਝੇ ਕੀਤੇ ਹੈ। ਇਸ ਬਾਣੀ ਦੇ ਵਿਚਾਰ ਸਾਂਝੀ ਕਰਦਿਆਂ ਪਤਾ ਨਹੀਂ ਮੈਂ ਕਿੰਨੀਆਂ ਕੁ ਗਲਤੀਆਂ ਕੀਤੀਆਂ ਹੋਣਗੀਆਂ, ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਹੋਣਗੀਆਂ। ਉਹਨਾਂ ਅਨੇਕਾਂ ਭੁੱਲਾਂ ਨੂੰ ਨਾ ਚਿਤਾਰਦਿਆਂ ਹੋਇਆਂ ਸਾਰੇ ਜਾਣੇ ਆਪਾਂ ਇੱਕ ਦੂਸਰੇ ਵਾਸਤੇ ਇਹ ਅਰਦਾਸ ਬੇਨਤੀ ਕਰੀਏ ਵੀ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖੋ ਤੇ ਸਾਡੇ ਮਨ ਦੇ ਵਿੱਚ ਖੇੜਾ ਆ ਜਾਵੇ, ਸਾਨੂੰ ਵੀ ਕਿਤੇ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਵੇ, ਅਸੀਂ ਵੀ ਕਿਤੇ, ਕਿਉਂਕਿ ਪ੍ਰਾਪਤੀ ਇਹੀ ਆ, ਮੰਜ਼ਿਲ ਹੀ ਆਨੰਦ ਆ, ਕਿਤੇ ਇਸ ਮੰਜ਼ਿਲ ਤੱਕ ਅਸੀਂ ਪਹੁੰਚ ਸਕੀਏ। ਇੰਨੀਆਂ ਬੇਨਤੀਆਂ ਦੇ ਨਾਲ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਿਆਂ ਹੋਇਆਂ ਆਓ ਜੀ ਫਤਿਹ ਦੇ ਨਾਲ ਸਾਂਝ ਪਾਈਏ। ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।